ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ 52 ਅੱਖਰੀ ਬਾਣੀ, ਪੰਚਮ ਪਾਤਸ਼ਾਹ ਜੀ ਦੀ ਮਹੱਲੇ ਪੰਜਵੇਂ ਦੀ। ਬਾਵਨ ਅੱਖਰੀ ਬਾਣੀ ਦੇ ਵਿੱਚ ਸਲੋਕ ਤੇ ਇੱਕ ਪੌੜੀ, ਤਾਂ ਕਿ ਸਲੋਕ ਨੂੰ ਅਸੀਂ ਸਮਝ ਸਕੀਏ। ਸਲੋਕ ਪੌੜੀ ਦੇ ਅਰਥ ਕਰ ਦਿੰਦਾ ਹੈ, ਪੌੜੀ ਸਲੋਕ ਦੇ ਅਰਥ ਕਰ ਦਿੰਦੀ ਹੈ। ਸਾਨੂੰ ਸੌਖਾ ਸਮਝ ਆ ਜਾਂਦਾ ਹੈ ਤੇ ਅਸੀਂ ਪੌੜੀਆਂ ਚੜ੍ਹਦੇ ਚੜ੍ਹਦੇ ਪਰਮੇਸ਼ਰ ਤੱਕ ਪਹੁੰਚ ਜਾਂਦੇ ਹਾਂ। ਜਿਵੇਂ ਸੰਸਾਰ ਦੇ ਵਿੱਚ ਉੱਚੇ ਥਾਂ ਚੜ੍ਹਨਾ ਹੋਵੇ, ਪੌੜੀ ਦੀ ਲੋੜ ਪੈਂਦੀ ਹੈ। ਏਦਾਂ ਹੀ ਗੁਰਬਾਣੀ ਪੌੜੀ ਦੀ ਨਿਆਈ ਹੈ। ਆਪਾਂ ਉੱਥੇ ਵਸਣਾ ਹੁੰਦਾ ਹੈ ਜਿੱਥੇ ਪਰਮੇਸ਼ਰ ਵਸਦਾ ਹੈ। ਸਾਡੇ ਸਰੀਰ ਦੇ ਵਿੱਚ ਸਭ ਤੋਂ ਉੱਚੇ ਥਾਂ ਤੇ ਪ੍ਰਭੂ ਦਾ ਵਾਸਾ ਹੈ। ਵੱਡਾ ਸਾਹਿਬ ਊਚਾ ਥਾਓ, ਊਚੇ ਉੱਪਰ ਊਚਾ ਨਾਓ। ਏਵੜ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੈ ਸੋਏ। ਉਹ ਫਿਰ ਜੇ ਐਡਾ ਉੱਚਾ ਹੋਏਗਾ ਫਿਰ ਆਪਾਂ ਉਸ ਨੂੰ ਜਾਣ ਸਕਦੇ ਹਾਂ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜਿਹੜਾ ਆਪ ਹੈ ਆਪ ਹੀ ਜਾਣਦਾ ਹੈ, ਲੇਕਿਨ ਜਿਨ੍ਹਾਂ ਨੂੰ ਦਇਆ ਕਰਦਾ ਹੈ ਉਹਨਾਂ ਨੂੰ ਇਹ ਦਾਤ ਦਿੰਦਾ ਕਿ ਉਹ ਉਸ ਦੇ ਦਰਸ਼ਨ ਕਰ ਲੈਂਦੇ ਨੇ। ਨਦਰਾਂ ਦੇ ਵਿੱਚ ਉਹਨਾਂ ਨੂੰ ਉਹ ਨਦਰਾਂ ਬਖਸ਼ ਦਿੰਦਾ, ਗਿਆਨ ਬਖਸ਼ ਦਿੰਦਾ ਹੈ। ਗਿਆਨ ਦਾ ਅੰਜਨ ਉਹਨਾਂ ਦੇ ਨੇਤਰਾਂ 'ਚ ਪਾ ਦਿੰਦਾ ਹੈ ਤੇ ਉਹਨਾਂ ਉੱਚਾ ਕਰ ਲੈਂਦਾ ਹੈ ਜਿੱਥੇ ਆਪ ਵਸਦਾ ਹੈ। ਆਓ ਆਪਾਂ ਹੁਣ ਨਾਲੇ ਸਮਝੀਏ ਸਲੋਕ ਨੂੰ, ਨਾਲੇ ਪੌੜੀ ਨੂੰ, ਤੇ ਸਮਝ ਕੇ ਇਹ ਪੌੜੀਆਂ ਚੜ੍ਹ ਕੇ ਆਪਾਂ ਵੀ ਉੱਥੇ ਪਹੁੰਚ ਸਕਦੇ ਹਾਂ, ਉੱਚੇ ਥਾਂ ਤੇ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਏ ਤਰਾਹੇ ਪਤ ਪਵੜੀਆਂ ਚੜ੍ਹਿਆ ਹੋਏ ਏਕੀ ਸੰ। ਆਪਾਂ ਵਿਚਾਰ ਰਹੇ ਸੀ ਸਲੋਕ, ਆਵਤ ਹੁਕਮ ਬਿਨਾਸ ਹੁਕਮ, ਆਗਿਆ ਪਿਨ ਨਾ ਕੋਈ। ਆਉਂਦੇ ਵੀ ਹੁਕਮ 'ਚ, ਬਿਨਾਸ ਵੀ ਹੁਕਮ 'ਚ ਹੁੰਦਾ ਹੈ। ਉਸ ਦੀ ਆਗਿਆ ਤੋਂ ਬਾਹਰ ਕੋਈ ਨਹੀਂ ਹੈ। ਜੋ ਵੀ ਹੁੰਦਾ ਉਹਦੇ ਹੁਕਮ ਦੇ ਵਿੱਚ ਹੁੰਦਾ ਹੈ, ਉਸਦੇ ਭਾਣੇ ਦੇ ਵਿੱਚ ਹੁੰਦਾ ਹੈ। ਬੰਦਾ ਜੰਮਦਾ ਹੈ, ਬੱਚਾ ਜਨਮ ਲੈਂਦਾ ਹੈ, ਉਹ ਵੀ ਉਹਦੇ ਭਾਣੇ 'ਚ। ਮੌਤ ਆਉਂਦੀ ਹੈ, ਉਹ ਵੀ ਉਹਦੇ ਭਾਣੇ ਦੇ ਵਿੱਚ। ਉਸ ਦੀ ਆਗਿਆ ਤੋਂ ਬਾਹਰ ਨਹੀਂ ਹੈ। ਇਹ ਉਸਨੇ ਖੇਲ ਰਚਿਆ ਹੋਇਆ ਹੈ। ਆਵਣ ਜਾਣਾ ਤੋ ਮਿਟੈ, ਨਾਨਕ ਜੇ ਮਨ ਸੋਏ। ਜਿਨ੍ਹਾਂ ਨੇ ਉਸ ਨੂੰ ਜਾਣ ਲਿਆ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਵਸ ਗਿਆ, ਉਹਨਾਂ ਦਾ ਆਵਣ ਜਾਣਾ ਖਤਮ ਹੋ ਜਾਂਦਾ ਹੈ। ਉਸ ਪ੍ਰਭੂ 'ਚ ਵਸ ਜਾਂਦੇ ਨੇ ਜਿੱਥੇ ਅਸੀਂ ਸਦਾ ਲਈ ਵਸ ਸਕਦੇ ਹਾਂ। ਇਹ ਪੌੜੀ ਦੇ ਵਿੱਚ ਆਪਾਂ ਉਸ ਦਿਨ ਵਿਚਾਰੀ ਸੀ, ਸ਼ਬਦ ਵੀ ਵਿਚਾਰ, ਸਲੋਕ ਵੀ ਵਿਚਾਰਿਆ ਸੀ, ਪੌੜੀ ਵੀ ਵਿਚਾਰੀ ਸੀ। ਆਪਾਂ ਅੱਜ ਅੱਗੇ ਸ਼ੁਰੂ ਕਰਨਾ, ਇਸ ਕਰਕੇ ਆਪਾਂ ਉਸ ਨੂੰ ਫਿਰ ਵਿਚਾਰ ਲੈਂਦੇ ਹਾਂ ਕਿ ਸਾਡੇ ਚੇਤਾ ਆ ਜਾਂਦਾ ਹੈ ਕਿ ਅਸੀਂ ਇੱਥੇ ਤੱਕ ਵਿਚਾਰ ਕੀਤੀ ਸੀ। ਇਹੋ ਜੀ ਬਹੁਤ ਗਰਭ ਵਾਸੇ, ਮੋਹ ਮਗਨ ਮੀਠ ਜੋਨ ਫਾਸੇ। ਜੋ ਇਹ ਮਨ ਹੈ ਸਾਡਾ, ਇਹ ਬਹੁਤ ਗਰਭ ਜੂਨਾਂ ਦੇ ਵਿੱਚ ਹੋ ਕੇ ਆਇਆ ਹੈ, ਫਸਦਾ ਰਿਹਾ ਹੈ। ਕਿਉਂਕਿ ਯੁੱਗਾਂ ਤੋਂ ਆਪਾਂ ਆਏ ਸੰਸਾਰ ਦੇ ਵਿੱਚ, ਤੇ ਮਨੁੱਖਾ ਦੇਹੀ ਵੀ ਸਾਨੂੰ ਮਿਲੀ, ਬਹੁਤ ਵਾਰੀ ਮਿਲੀ,
ਪਰ ਅਸੀਂ ਇਸ ਨੂੰ ਵੈਰ ਵਿਰੋਧ ਦੇ ਵਿੱਚ, ਕਾਮ ਕ੍ਰੋਧ ਮੋਹ ਦੇ ਵਿੱਚ, ਲੋਭ ਮੋਹ ਹੰਕਾਰ, ਇਹਨਾਂ ਦੇ ਵਿੱਚ ਹੀ ਇਸ ਨੂੰ ਗਵਾ ਲੈਂਦੇ ਰਹੇ ਹਾਂ, ਧਰੋਹ ਕਰ ਲਿਆ। ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਹਾਂ ਲੋਭ ਧਰੋਹ। ਯਾਹੂ ਜੁਗਤ ਬਿਹਾਨੇ ਕਈ ਜਨਮ, ਪਹਿਲਾਂ ਵੀ ਕਈ ਜਨਮ ਇੱਦਾਂ ਆਪਾਂ ਬਤੀਤ ਕਰ ਚੁੱਕੇ ਹਾਂ। ਇਸ ਕਰਕੇ ਆ ਮਨੁੱਖਾ ਜਨਮ ਆਪਾਂ ਨੂੰ ਕਲਯੁਗ ਦੇ ਵਿੱਚ, ਕਲਯੁਗ ਨੂੰ ਪ੍ਰਭੂ ਨੂੰ ਮਿਲਣ ਦੇ ਵਾਸਤੇ ਸਭ ਤੋਂ ਉੱਤਮ ਯੁੱਗ ਕਿਹਾ ਹੈ, ਜਿਸ ਵਿੱਚ ਸਾਨੂੰ ਇੱਕ ਘੜੀ ਦਾ ਵੀ ਸਮਾਂ ਨਹੀਂ ਲੱਗਦਾ, ਪਰ ਜੇ ਸਾਨੂੰ ਵਿਸ਼ਵਾਸ ਹੈ ਇਹ ਕਰ ਕਰੇ ਸੋ ਇਹ ਕਰ ਪਾਏ, ਘੜੀ ਮੋਹਤ ਨਾ ਲੱਗੇ। ਗਿਆਨ ਲੈਣਾ, ਮਨ ਸੌਂਪਣਾ, ਗੁਰ ਦਾ ਗਿਆਨ ਲੈਣਾ, ਇੰਨੇ 'ਚ ਹੀ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਕਲਯੁਗ ਦੇ ਵਿੱਚ ਘੜੀ ਵੀ ਨਹੀਂ ਲੱਗਦੀ, ਪਰ ਜੇ ਆਪਾਂ ਸਮਰਪਿਤ, ਜੇ ਆਪਾਂ ਹੈਂਡਲ ਕਰ ਦਈਏ, ਆਪਾਂ ਸਮਰਪਿਤ ਕਰ ਦਈਏ। ਇਸ ਕਰਕੇ ਸਮਝਾਉਂਦੇ ਨੇ ਕਿ ਅਸੀਂ ਬਹੁਤ ਜੂਨਾਂ 'ਚ ਫਸੇ, ਮੋਹ ਮਗਨ ਮੀਠ ਜੋਨ ਫਾਸੇ। ਜੋ ਮੋਹ ਦੇ ਵਿੱਚ ਮਗਨ ਹੋ ਜਾਂਦੇ, ਕਿਉਂਕਿ ਇਹ ਸਾਨੂੰ ਮਿੱਠਾ ਲੱਗਦਾ ਹੈ, ਇਹ ਸਾਨੂੰ ਬਾਰ-ਬਾਰ ਜੂਨਾਂ ਦੇ ਵਿੱਚ ਫਸਾ ਲੈਂਦਾ ਹੈ। ਇਨ ਮਾਇਆ ਤ੍ਰੈ ਗੁਣ ਵਸ ਕੀਨੇ, ਇਹ ਮਾਇਆ ਨੇ ਤ੍ਰੈ ਗੁਣਾਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਕਿਉਂਕਿ ਤ੍ਰੈ ਗੁਣ ਮਾਇਆ ਦੇ ਨੇ। ਆਪਣ ਮੋਹ ਘਟੇ ਘਟ ਦੀਨੇ, ਤੇ ਆਪ ਹੀ ਮਾਇਆ ਦੁਆਰਾ ਘਟ ਘਟ ਦੇ ਵਿੱਚ ਮੋਹ ਪਾਇਆ ਹੈ, ਪੈਦਾ ਕਰ ਦਿੱਤਾ ਹੈ। ਇਹ ਸਾਜਨ ਕਛ ਕਹੋ ਉਪਾਇਆ, ਜਾਤੇ ਤਰੋ ਬਿਖਮ ਇਹ ਮਾਇਆ। ਤੇ ਹੁਣ ਜਦੋਂ ਸੋਝੀ ਆ ਜਾਂਦੀ ਹੈ ਕਿ ਅਸੀਂ ਤਾਂ ਇਹ ਹੋਰ ਕਰਮ ਵਾਸਤੇ ਅਸੀਂ ਆਵਣ ਜਾਵਣ ਤੋਂ ਰਹਿਤ ਹੋਣਾ ਹੈ, ਪਰ ਅਸੀਂ ਫਿਰ ਫਸਦੇ ਹਾਂ। ਫਿਰ ਜੀਵ ਟੋਲਦਾ ਹੈ, ਕੋਈ ਐਸਾ ਉਪਾਅ ਮਿਲੇ ਕਿ ਅਸੀਂ ਇਸ ਤੋਂ ਰਹਿਤ ਹੋ ਜਾਈਏ। ਇਸ ਤ੍ਰੈ ਗੁਣ ਮਾਇਆ ਜੋ ਬਿਖ ਸਾਗਰ ਹੈ, ਭਵ ਸਾਗਰ ਹੈ, ਇਸ ਨੂੰ ਤਰ ਜਾਈਏ। ਕੋਈ ਐਸਾ ਉਪਾਅ ਕਰੋ, ਕਹੋ। ਕਰ ਕਿਰਪਾ ਸਤਸੰਗ ਮਿਲਾਏ, ਫਿਰ ਮਾਲਿਕ ਕਿਰਪਾ ਕਰਦਾ ਹੈ, ਸੱਚਾ ਸੰਗ ਮਿਲਾ ਦਿੰਦਾ ਹੈ। ਨਾਨਕ ਤਾਕੈ ਨਿਕਟ ਨਾ ਮਾਏ, ਫਿਰ ਉਸ ਜਿਹੜਾ ਸੱਚਾ ਸੰਗ ਮਿਲ ਜਾਂਦਾ ਹੈ, ਤ੍ਰੈ ਗੁਣ ਬਿਖ ਜੋ ਮਾਇਆ ਹੈ, ਇਸ ਤੋਂ ਤਰ ਜਾਂਦਾ ਹੈ। ਫਿਰ ਇਹ ਮਾਇਆ ਉਸਦੇ ਨੇੜੇ ਨਹੀਂ ਆਉਂਦੀ, ਨਿਕਟ ਨਹੀਂ ਆਉਂਦੀ, ਕਿਉਂਕਿ ਮਨ ਚੌਥੇ ਪਦ ਦਾ ਵਾਸੀ ਹੋ ਜਾਂਦਾ ਹੈ। ਤ੍ਰੈ ਗੁਣ ਤਨ ਤੱਕ ਰਹਿ ਜਾਂਦੇ ਨੇ, ਇਸ ਕਰਕੇ ਉਹ ਮਨ ਫਿਰ ਜਿਹੜਾ ਹੈ ਆਪਣੇ ਜੀਵਨ ਦਾ ਲਾਹਾ ਖੱਟ ਲੈਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਸ਼ੁਰੂ ਕਰਦੇ ਹਾਂ 2 ਦਿਨ ਪਹਿਲਾਂ, ਕਿਉਂਕਿ 2 ਦਿਨ ਆਪਾਂ ਵਿਚਾਰ ਨਹੀਂ ਕੀਤੀ ਕਿਸੇ ਕਾਰਨ ਕਰਕੇ। 2 ਦਿਨ ਪਹਿਲਾਂ ਆਪਾਂ ਇੱਥੇ ਤੱਕ ਵਿਚਾਰ ਕੀਤੀ ਸੀ। ਅੱਗੇ ਸ਼ਲੋਕ ਹੈ, ਕਿਰਤ ਕਮਾਵਣ ਸ਼ੁਭ ਅਸ਼ੁਭ, ਕੀਨੇ ਤਿਨ ਪ੍ਰਭ ਆਪ। 2 ਤਰ੍ਹਾਂ ਦੀ ਕਿਰਤ ਸੰਸਾਰ ਦੇ ਵਿੱਚ ਪੈਦਾ ਕੀਤੀ ਹੈ। ਇੱਕ ਨੂੰ ਅਸੀਂ ਸ਼ੁਭ ਕੀਰਤ ਮੰਨਦੇ ਹਾਂ, ਸ਼ੁਭ ਕਿਰਤ, ਇਸ ਕਿਰਤ ਵਧੀਆ ਹੈ। ਇੱਕ ਨੂੰ ਅਸੀਂ ਮੰਨਦੇ ਹਾਂ ਅਸ਼ੁਭ, ਕਿ ਇਹ ਕਿਰਤ ਚੰਗੀ ਨਹੀਂ ਹੈ, ਜਿਸ ਨੂੰ ਆਪਾਂ ਇਹ ਕਹਿ ਦਈਏ ਕਿ ਇੱਕ ਧਰਮੀ ਕਿਰਤ ਹੈ, ਇੱਕ ਪਾਪਾਂ ਦੀ ਕਿਰਤ ਹੈ। ਆਪਾਂ ਮੰਨਦੇ ਹਾਂ ਵੀ ਇਹ ਕਿਰਤ ਕਰਨਾ ਪਾਪ ਹੈ, ਆ ਕਿਰਤ ਕਰਨਾ ਧਰਮ ਹੈ। ਪਰ ਮਹਾਰਾਜ ਸਮਝਾਉਂਦੇ ਨੇ ਕਿ ਇਹ ਦੋਨੋਂ ਚੀਜ਼ਾਂ ਪ੍ਰਭੂ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਨੇ। ਪਾਪ ਵੀ ਉਹਦਾ ਪੈਦਾ ਕੀਤਾ ਹੈ, ਪੁੰਨ ਵੀ ਉਸ ਦਾ ਪੈਦਾ ਕੀਤਾ ਹੋਇਆ ਹੈ। ਪਛ ਆਪਣ ਹੋਂ ਹੋਂ ਕਰੈ, ਨਾਨਕ ਬਿਨ ਹਰ ਕਹਾਂ ਕਮਾਤ। ਪਸ਼ੂ ਕਹਿੰਦੇ ਲੋਕ, ਪਸ਼ੂਆਂ ਦੀ ਨਿਆਈ ਜਿਹੜੇ ਹੋਂ ਹੋਂ ਕਰਦੇ ਵੀ ਮੈਂ ਤਾਂ ਚੰਗੇ ਕਰਮ ਕਰਦਾ ਹਾਂ, ਇਹ ਮਾੜੇ ਕਰਮ ਕਰਦਾ ਹੈ। ਹੰਕਾਰ ਦੇ ਵਿੱਚ ਹੈ ਜੀਵ, ਕਿਉਂਕਿ ਜਿਹੀ ਜੀ ਕਿਸੇ ਨੂੰ ਕਿਰਤ ਪਾਈ ਪ੍ਰਭੂ ਨੇ, ਉਹੀ ਜੀ ਕਰਦਾ ਹੈ। ਉਸ ਦੇ ਹੁਕਮ ਤੋਂ ਬਿਨਾਂ ਅਸੀਂ ਮਾੜੀ ਚੰਗੀ ਕਿਰਤ ਵੀ ਨਹੀਂ ਕਰ ਸਕਦੇ, ਕਿਉਂਕਿ ਉਸੇ ਦਾ ਬਣਾਇਆ ਹੋਇਆ ਖੇਲ ਹੈ। ਪਾਪ ਪੁੰਨ ਉਸੇ ਨੇ ਪੈਦਾ ਕੀਤਾ ਹੈ, ਜਿਹਦੇ ਦੁਆਰਾ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਕਿਉਂਕਿ ਜੇ ਪਾਪ ਪੁੰਨ ਤੋਂ ਨਿਰਲੇਪ ਹੋ ਗਿਆ ਜੀਵ, ਤੇ ਉਹ ਮੁਕਤ ਹੋ ਜਾਂਦਾ ਹੈ। ਇਸ ਕਰਕੇ ਇਸ ਸੰਸਾਰ ਨੂੰ ਚਲਾਉਣ ਦੇ ਵਾਸਤੇ ਪਾਪ ਪੁੰਨ ਦੋਏ ਪੈਦਾ ਕੀਤੇ ਨੇ।
आओ पौड़ी च इस नूं समझ लेंदे हैं। एक है आप करावनहारा, भी एक आप ही करावनहारा है। आपै पाप पुन विस्तारा, आप ही पाप ते पुन दा विस्तार कीता है। या जुग जित जित आपे लायो, इस संसार नूं इस युग दे विच जिवें जिवें किसे नूं लाया है उवें ही लग्या है। सो सो पायो जो आप दिवायो, जिहा जिहा किसे नूं दिता है वही उसे ने प्राप्त किया है। किसी नूं चंगी किरत, किसी नूं माड़ी किरत, किसी नूं पापी बना देता, किसी नूं पुन्नी बना देता है। उआ का अंत न जाने को, पर जीव इत्थे तक ही उलझ के रह गया है। पर उस प्रभु का अंत नहीं जाने किसी ने। जो जो करे सो फुन हो, जो वो करदा वही होना है। जी जी उसने किसी नूं किरत पाई वही, पर उसनूं किसी ने जानिया नहीं है, क्योंकि पाप पुन तक सीमित हाँ, शुभ ते अशुभ किरत तक सीमित रह गए हाँ। एक है ते सगला विस्तारा, सारा विस्तारा एक प्रभु तो होया, एक तो होया है। नानक आप सवारनहारा, आप ही प्रभु फिर सानू इस पाप पुन दे विचों आप ही कढ लैंदा है। जिस ते दया करदा है, जिस दे अंदर उस प्रभु नूं मिलण दा चाह है, जो पाप पुन नूं छड्डना चाहुंदा है, दोनां नूं छड्डना चाहुंदा है, दोनां तो निर्लेप होना चाहुंदा है, वो फिर कुछ उपाव मंगदा, क्योंकि त्रैगुण माया दा ही पाप पुन है। फिर वो कुछ उपाव लभदा है जिहदे द्वारा फिर सच्ची संगत मिल जाती है, तो वो पाप पुन तो निर्लेप हो जाता है। फिर आप प्रभु उसनूं सवारदा है, आप अपना बना लैंदा है, जो ना पाप करदा ते ना पुण्य करता है, क्योंकि पाप पुण्य मिल के ही सृष्टि की रचना हुई हुई है, चल रही है सृष्टि। आओ अगला शब्द श्लोक विचारते हाँ। राच रहे बनिता विनोद, कुसुम रंग बिख शोर। ये त्रैगुण माया जिहड़ी है, ਇਹਦੇ ਵਿੱਚ ਇਹਨੂੰ ਕੁਛ ਜੀਵ ਛੱਡ ਦਿੰਦੇ ਨੇ। ਜਿਵੇਂ ਪਰਿਵਾਰ ਦੇ ਵਿੱਚ ਪਤੀ ਪਤਨੀ ਹਨ, ਮਨ ਜਦ ਤੱਕ ਇੱਥੇ ਤੱਕ ਸੀਮਤ ਹੈ, ਤ੍ਰੈਗੁਣ ਮਾਇਆ ਦੇ ਵਿੱਚ ਹੈ, ਸਰੀਰਾਂ ਤੱਕ ਸੀਮਤ ਹੈ। ਪਰ ਇਹ ਤ੍ਰੈਗੁਣ ਵਿਖ ਨੂੰ ਕਈ ਜੀਵ ਇਸ ਨੂੰ ਛੱਡ ਵੀ ਦਿੰਦੇ ਨੇ, ਉਹ ਫਿਰ ਮਾਲਕ ਨਾਲ ਇੱਕ ਮਿਕ ਹੋ ਜਾਂਦੇ ਨੇ। ਜਿਵੇਂ ਪਤੀ ਪਤਨੀ ਇੱਥੇ ਕਿਹਾ ਆਪਾਂ ਨੂੰ, ਉੱਥੇ ਵੀ ਸਾਨੂੰ ਧਨ ਤੇ ਕੰਤ ਕਿਹਾ ਹੈ, ਬਨਿਤਾ ਤੇ ਵਿਨੋਦ ਕਿਹਾ ਹੈ। ਤੇ ਉੱਥੇ ਫਿਰ ਬਨਿਤਾ ਵਿਨੋਦ ਪ੍ਰਭੂ ਦੇ ਨਾਲ ਜਿਹੜਾ ਜੀਵ ਰਚ ਜਾਂਦਾ ਹੈ, ਪਰ ਕਦੋਂ? ਜਦੋਂ ਤ੍ਰੈਗੁਣ ਬਿਖ ਨੂੰ ਛੱਡ ਦਿੰਦਾ ਹੈ, ਤ੍ਰੈਗੁਣਾਂ ਤੋਂ ਨਿਰਲੇਪ ਹੋ ਜਾਂਦਾ ਹੈ, ਪਾਪ ਪੁੰਨ ਤੋਂ ਨਿਰਲੇਪ ਹੋ ਜਾਂਦਾ ਹੈ। ਨਾਨਕ ਤਿਹ ਸਰਨੀ ਪਰੋ, ਬਿਨਸ ਜਾਏ ਮੈਂ ਮੋਰ। ਉਹ ਜੀਵ ਜਿਹੜੇ ਇਸ ਤ੍ਰੈਗੁਣਾਂ ਨੂੰ ਛੱਡ ਕੇ ਉਸ ਪ੍ਰਭੂ ਦੇ ਨਾਲ ਇੱਦਾਂ ਇੱਕਮਿਕ ਹੋ ਗਏ ਨੇ, ਜਿਵੇਂ ਆਪਾਂ ਪਰਿਵਾਰ ਦੇ ਵਿੱਚ ਪਤੀ ਪਤਨੀ ਇਕੱਠੇ ਰਹਿੰਦੇ ਘਰ ਵਿੱਚ, ਇੱਦਾਂ ਉਹ ਇਕੱਠੇ ਰਹਿੰਦੇ ਨੇ। ਪਰਮੇਸ਼ਰ ਤੇ ਸਾਡਾ ਮਨ, ਸਾਨੂੰ ਧਨ ਕਹਿ ਦਿੱਤਾ, ਉਸਨੂੰ ਕੰਤ ਕਹਿ ਦਿੱਤਾ ਹੈ। ਵੀ ਐਸੇ ਜਨ ਜਿਹੜੇ ਉਸ ਪ੍ਰਭੂ ਨੂੰ ਮਿਲੇ ਨੇ ਤ੍ਰੈਗੁਣ ਵਿਖ ਨੂੰ ਛੱਡ ਕੇ, ਤੇ ਉਹਨਾਂ ਦੇ ਸ਼ਰਨੀ ਜਾਉਂਗੇ, ਉਹ ਸਾਨੂੰ ਫਿਰ ਪ੍ਰਭੂ ਦੀ ਸ਼ਰਨ 'ਚ ਲੈ ਜਾਂਦੇ ਹਨ, ਜਿੱਥੇ ਜਾ ਕੇ ਸਾਡਾ ਜਿਹੜਾ ਮੇਰਾ ਤੇਰਾ ਹੈ, ਵੀ ਮੈਂ ਇਹ ਕਰਦਾ ਹਾਂ, ਮੇਰਾ ਬਹੁਤ ਕੁਛ ਹੈ, ਮੈਂ ਹੋਰ ਕਰਨਾ ਹੈ, ਇਹ ਖਤਮ ਹੋ ਜਾਂਦਾ ਹੈ। ਉੱਥੇ ਸ਼ਰਨ ਦੇ ਵਿੱਚ, ਪ੍ਰਭੂ ਦੀ ਸ਼ਰਨ ਦੇ ਵਿੱਚ ਜਾ ਕੇ ਪਰ ਜਾਂਦਾ ਕਿਵੇਂ ਨੇ? ਜਿਹੜਾ ਤ੍ਰੈਗੁਣਾ ਵਿਖ ਨੂੰ ਛੱਡ ਕੇ ਉਸ ਪ੍ਰਭੂ ਦੇ ਨਾਲ ਰਚੇ ਹੋਏ ਨੇ। ਆਓ ਪੌੜੀ 'ਚ ਸਮਝਦੇ ਹਾਂ ਇਸ ਨੂੰ। ਰੇ ਮਨ ਬਿਨ ਹਰ ਜਿਹ ਰਚੋ, ਜਹ ਰਚੋ ਤਹ ਤੇ ਬੰਧਨ ਪਾਹੇ। ਸਮਝਾਉਂਦੇ ਨੇ ਮਨ ਨੂੰ ਵੀ ਹਰੀ ਤੋਂ ਬਿਨਾਂ ਜੇ ਹੋਰ ਨਾਲ ਆਪਾਂ ਰਚਾਂਗੇ ਸੰਸਾਰ ਦੇ ਵਿੱਚ, ਸਾਡਾ ਮਨ ਪਰਮੇਸ਼ਰ ਤੋਂ ਬਿਨਾਂ ਹੋਰ ਦੇ ਨਾਲ ਰਚਦਾ ਹੈ, ਹੋਰ ਦੇ ਵਿੱਚ ਰੁਚੀ ਜ਼ਿਆਦਾ ਵਧਾਉਂਦਾ ਹੈ, ਰੁਚਿਤ ਹੁੰਦਾ ਹੈ, ਉਸ ਨੂੰ ਫਿਰ ਬੰਧਨ ਹੀ ਪੈਂਦੇ ਨੇ। ਰੇ ਮਨ ਬਿਨ ਹਰ,
ਜਿਹ ਰਚੋ। ਬਿਨਾਂ ਹਰੀ ਤੋਂ ਹੋਰ ਕਿਸੇ ਚੀਜ਼ ਨਾਲ ਵੀ ਅਸੀਂ ਰਚਾਂਗੇ ਤਿਹ ਤੈ ਬੰਧਨ ਪਾਹੇ, ਸਾਨੂੰ ਬੰਧਨ ਹੀ ਪੈਣੇ ਨੇ। ਕੁਛ ਵੀ ਪਰਮੇਸ਼ਰ ਉਸਦੇ ਨਾਮ ਤੋਂ ਬਿਨਾਂ ਜਿੱਥੇ ਵੀ ਆਪਾਂ ਰਚਾਂਗੇ ਬੰਧਨ ਹੀ ਬੰਧਨ ਨੇ। ਜਿਹ ਬਿਧ ਕਤਹੁ ਨਾ ਛੁੱਟੀ ਹੈ, ਜਿਹੜੀ ਵਿਧੀ ਨਾਲ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ। ਸਾਕਤ ਤਿਉ ਕਮਾਏ, ਸਾਕਤ ਉਹੀ ਕਰਮ ਕਰਦੇ ਨੇ, ਪੁੰਨ ਕਰ ਲਿਆ, ਦਾਨ ਕਰ ਲਿਆ, ਪਾਪ ਕਰ ਲਿਆ, ਜਿੱਥੇ ਅਸੀਂ ਕਦੇ ਛੁੱਟ ਨਹੀਂ ਸਕਦੇ। ਕਿਉਂਕਿ ਪਰ ਛੁੱਟਣਾ ਕਿਵੇਂ ਹੈ? ਪ੍ਰਭੂ ਦੀ ਭਗਤੀ ਕਰਕੇ, ਪਰਮੇਸ਼ਰ ਨਾਲ ਜੁੜ ਕੇ, ਹਰੀ ਦੇ ਨਾਲ ਜੁੜ ਕੇ, ਹਰੀ ਦੇ ਵਿੱਚ ਰਚ ਕੇ। ਹਉ ਹਉ ਕਰਤੇ ਕਰਮ ਰਥ, ਕਹਿੰਦੇ ਹਉਮੈ ਦੇ ਵਿੱਚ, ਕਹਿੰਦੇ ਕਰਮ ਚ ਰੱਤੇ, ਮੈਂ ਆਪ ਪੁੰਨ ਕਰ ਦਿੱਤਾ, ਮੈਂ ਆਹ ਵੱਡਾ ਕਰਮ ਕਰ ਦਿੱਤਾ। ਉਸੇ ਦਾ ਹੀ ਉਹਨਾਂ ਨੂੰ ਭਾਰ ਡੁਬੋ ਦਿੰਦਾ। ਤਾਕੋ ਭਾਰ ਆਫਾਰ, ਉਹ ਭਾਰ ਜਿਹੜਾ ਹੈ ਬਹੁਤ ਭਾਰਾ ਹੈ, ਜੋ ਉਹ ਹੰਕਾਰ ਹੈ ਉਹਨਾਂ ਨੂੰ ਹਉ ਦੇ ਵਿੱਚ ਕਰਦੇ ਨੇ। ਪ੍ਰੀਤ ਨਹੀਂ ਜੋ ਨਾਮ ਸਿਓ ਤੋ ਇਹੋ ਕਰਮ ਬੇਕਾਰ। ਜਿੰਨੇ ਮਰਜੀ ਪੁੰਨ ਕਰ ਲਈਏ, ਕੁਛ ਵੀ ਕਰਮ ਕਰ ਲਈਏ, ਜੇ ਪ੍ਰੀਤ ਹਰੀ ਦੇ ਨਾਮ ਦੇ ਨਾਲ ਨਹੀਂ ਹੈ ਸਾਡੀ, ਤਾਂ ਜੋ ਵੀ ਕੀਤਾ ਸਾਰੇ ਕਰਮ ਬੇਕਾਰ ਨੇ। ਅਸੀਂ ਬੇਕਾਰ ਹੀ ਕਰਦੇ ਹਾਂ। ਪ੍ਰਭੂ ਤੋਂ ਬਿਨਾਂ ਹੋਰ ਕਿਸੇ ਚੀਜ਼ 'ਚ ਰਚਦੇ ਹਾਂ, ਸਾਰਾ ਪਾਪ ਹੀ ਹੈ, ਬੰਧਨ ਹੀ ਬੰਧਨ ਨੇ। ਬਾਧੇ ਜਮ ਕੀ ਜੀਵਰੀ, ਮਿੱਠੀ ਮਾਇਆ ਰੰਗ। ਐਸੇ ਜੀਵ ਮਾਇਆ ਦੇ ਜਮਾਂ ਦੀ ਜੇਵਰੀ ਦੇ ਵਿੱਚ ਬੰਦੇ ਨੇ। ਉਹਨਾਂ ਦੇ ਗਲ ਦੇ ਵਿੱਚ ਸੰਗਲ ਕਿਸਦਾ ਹੈ? ਜਮਾਂ ਦਾ। ਉਹ ਚਲਾ ਰਹੇ, ਤ੍ਰੈਗੁਣ ਚਲਾ ਰਹੇ ਨੇ ਉਸਨੂੰ, ਕਿਉਂਕਿ ਉਹਨਾਂ ਨੇ ਮਾਇਆ ਦੇ ਵਿੱਚ, ਮਾਇਆ ਉਹਨਾਂ ਨੂੰ ਬੜੀ ਮਿੱਠੀ ਲੱਗਦੀ ਹੈ। ਪੁੰਨ ਪਾਪ ਵੀ ਮਾਇਆ ਹੀ ਹੈ, ਇਹਦੇ ਰੰਗ ਚ ਵਿੱਚ ਰੱਤੇ ਰਹਿੰਦੇ ਨੇ। ਭਰਮ ਕੇ ਮੋਹੇ ਨਾ ਬੁਝੈ, ਇੰਨੇ ਭਰਮ ਦੇ ਵਿੱਚ, ਮੋਹ ਦੇ ਵਿੱਚ ਫਸ ਜਾਂਦਾ ਹੈ ਜੀਵ, ਹੰਕਾਰ ਦੇ ਵਿੱਚ ਫਸ ਜਾਂਦਾ ਹੈ। ਸੋ ਪ੍ਰਭ ਸਾਧੂ ਸੰਗ, ਜੋ ਪ੍ਰਭੂ ਸਦਾ ਸੰਗ ਰਹਿੰਦਾ ਹੈ, ਉਸ ਨੂੰ ਉਹ ਕਦੇ ਬੁਝਦੇ ਨਹੀਂ, ਕਿਉਂਕਿ ਉਹਨਾਂ ਦਾ ਪਾਪ ਪੁੰਨ ਤੱਕ ਉਹਨਾਂ ਦਾ ਦੌੜ ਹੁੰਦੀ ਹੈ। ਪ੍ਰਭੂ ਜੋ ਸਦਾ ਹੀ ਸਾਰਿਆਂ ਦੇ ਸੰਗ ਵਸਦਾ ਹੈ, ਸਾਹਮਣੇ ਵਸਦਾ ਹੈ, ਜਾਰਾ ਜ਼ਹੂਰ ਹੈ, ਉਸ ਨੂੰ ਉਹ ਕਦੇ ਵੀ ਨਹੀਂ ਬੁਝਦੇ, ਕਿਉਂਕਿ ਉਹਨਾਂ ਦੇ ਮਕਸਦ ਹੀ ਨਹੀਂ ਹੈ। ਇਸ ਕਰਕੇ ਉਹ ਬੰਧਨਾਂ ਤੋਂ ਨਹੀਂ ਛੁੱਟ ਸਕਦੇ। ਬੰਧਨਾਂ ਤੋਂ ਤਾਂ ਹੀ ਛੁੱਟਾਂਗੇ ਜੇ ਆਪਾਂ ਪ੍ਰਭੂ ਦੇ ਨਾਲ ਮਿਲਾਂਗੇ, ਉਸ ਦੇ ਨਾਲ ਸੁਣਾਂਗੇ, ਉਸ ਨੂੰ ਸੁਣਾਂਗੇ। ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ, ਲੇਖਾ ਗਣਤ ਨਾ ਛੁੱਟੀ ਹੈ, ਕਾਚੀ ਪੀਤ ਨਾ ਸ਼ੁੱਧ। ਏਦਾਂ ਆਪਾਂ ਲੇਖੇ ਦੇ ਵਿੱਚ ਜੋ ਕਰਾਂਗੇ, ਚਾਹੇ ਪੁੰਨ ਕਰਦੇ, ਪਾਪ ਕਰਦੇ, ਜੋ ਵੀ ਕਰਦੇ, ਪਾਠ ਪੂਜਾ ਕਰਦੇ, ਕੁਛ ਵੀ ਕਰਦੇ, ਲੇਕਿਨ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਹੈ, ਹਰੀ ਤੋਂ ਬਿਨਾਂ ਅਸੀਂ ਜੋ ਵੀ ਕਰਦੇ ਬੰਧਨਾਂ ਦੇ ਵਿੱਚ ਫਸਦੇ ਹਾਂ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਗਣਤੀ ਗਣਨ ਦੇ ਨਾਲ, ਦਿਖਾਵੇ ਦੇ ਨਾਲ ਅਸੀਂ ਨਹੀਂ ਛੁੱਟ ਸਕਦੇ। ਨਾ ਹੀ ਸਾਡਾ ਜਿਹੜਾ ਸਰੀਰ ਹੈ, ਕਿਉਂਕਿ ਤਨ ਨੂੰ ਧੋ ਲਿਆ, ਤਨ ਨੂੰ ਬੜਾ ਸਵਾਰਦੇ ਹਾਂ, ਇਹ ਸਾਡਾ ਤਨ ਜਿਹੜਾ ਹੈ ਇਹ ਹੀ ਪਵਿੱਤਰ ਹੋ ਸਕਦਾ ਹੈ, ਸ਼ੁੱਧ ਹੋ ਸਕਦਾ ਹੈ, ਕਿਉਂਕਿ ਤਾਂ ਕੱਚੀ ਕੰਧ ਦੀ ਨਿਆਈ ਹੈ। ਸ਼ੁੱਧ ਤਾਂ ਸਿਰਫ ਮਨ ਹੀ ਹੁੰਦਾ ਹੈ, ਉਹ ਵੀ ਨਾਮ ਧਿਆਉਣ ਦੇ ਨਾਲ, ਸੰਸਾਰੀ ਬਾਹਰੀ ਕਰਮ ਕਰਨ ਦੇ ਨਾਲ ਸਾਡਾ ਮਨ, ਤਨ ਵੀ ਸ਼ੁੱਧ ਨਹੀਂ ਹੁੰਦਾ, ਕਿਉਂਕਿ ਤਨ ਸ਼ੁੱਧ ਕਦੋਂ ਹੈ? ਜਦੋਂ ਮਨ ਸ਼ੁੱਧ ਹੋ ਗਿਆ। ਜੇ ਮਨ ਮੈਲਾ ਹੈ, ਤਨ ਨੂੰ ਜਿੰਨਾ ਮਰਜ਼ੀ ਧੋ ਲਈਏ, ਤਨ ਸ਼ੁੱਧ ਨਹੀਂ ਹੁੰਦਾ। ਸੋ ਜਪਜੀ ਸਾਹਿਬ ਚ ਆਪਾਂ ਪੜ੍ਹਦੇ ਹਾਂ, ਇਸ ਦੇਹੀ ਕੋ ਬਹੁ ਸਾਧ ਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰੇ, ਜਲ ਧੋਵੇ ਬਹੁ ਦੇ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਨਾਮ ਦੀ ਮਹਿਮਾ ਹੀ ਸਭ ਤੋਂ ਉੱਚ ਹੈ, ਜਿਹੜੇ ਪਤਿਤਾਂ ਤੇ ਪਤਿਤਾਂ ਨੂੰ ਉਤਾਰ ਦਿੰਦੀ ਹੈ, ਬੜੇ ਬੜੇ ਪਾਪੀਆਂ ਨੂੰ ਉਤਾਰ ਦਿੰਦੀ ਹੈ, ਨਾਮ ਹੀ ਹੈ। ਜਿਸੈ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ। ਜਿਨ੍ਹਾਂ ਨੂੰ ਬੁਝਾ ਦਿੰਦਾ ਹੈ, ਉਹਨਾਂ ਨੂੰ ਫਿਰ ਇਹ ਗਿਆਨ ਦਿੰਦਾ ਹੈ, ਮੁਖ ਤੇ ਗੁਰ ਦਾ ਗਿਆਨ ਦਿੰਦਾ ਹੈ। ਉਹਨਾਂ ਦੀ ਬੁੱਧੀ ਨਿਰਮਲ ਹੋ ਜਾਂਦੀ ਹੈ। ਜੇ ਅਸੀਂ ਗੁਰ ਦੇ ਗਿਆਨ ਤੋਂ ਬਿਨਾਂ, ਨਾਮ ਤੋਂ ਬਿਨਾਂ ਹੋਰ ਜੋ ਵੀ ਕਰਦੇ,
ਬੰਧਨ ਹੀ ਬੰਧਨ ਨੇ। ਜਮਾਂ ਦੇ ਵਾਸੀ ਰਵਾਂਗੇ। ਇਸ ਕਰਕੇ ਸਾਡੇ ਜੀਵਨ ਦਾ ਮਕਸਦ ਕੀ ਹੈ? ਨਾਮ ਨੂੰ ਧਿਆਉਣਾ, ਨਾਮ ਦੇ ਨਾਲ ਪ੍ਰੀਤ ਪਾਉਣੀ, ਉਸ ਨੂੰ ਸਾਹਮਣੇ ਦੇਖਣਾ, ਨੇੜੇ ਦੇਖਣਾ, ਇਹ ਸਾਡੇ ਜੀਵਨ ਦਾ ਮਕਸਦ ਹੈ। आओ अगला शब्द श्लोक है। टूटे बंधन जास के होआ साधु संग, जो राते रंग एक कै नानक गूढ़ा रंग। भी जिहड़े एक दे विच रते जांदे ने प्रभु दे विच, उन्हां नूं उस प्रभु दा ओ रंग चढ़ जांदा जिहड़ा गूढ़ा रंग है, जिसनूं मजीठ दा रंग कहा है, जिहड़ा रंग उतरदा नहीं है। ते ऐसे जनां दा फिर संग उन्हां जीवां नूं प्राप्त हुंदा है जिन्हां दे बंधन टुटदे ने, जिन्हां ते प्रभु दया करदा है कि इन्हां दे बंधन तोड़ने ने। उन्हां नूं फिर नाम दी सोझी हुंदी है, उन्हां दा मन फिर नाम दे विच रंगिया जांदा है। पर जिन उन्हां दा संग बख्शिश करदा है प्रभु, जिन्हां नूं उस प्रभु दा गूढ़ा रंग चढ़िया है। जो राते रंग एक कै नानक गूढ़ा रंग, टूटे बंधन जास के होआ साधु संग। फिर जिन्हां नूं दया करदा उन्हां नूं साधु जनां दा संग बख्शिश करदा है। आओ पौड़ी दे विच आपां इस श्लोक नूं होर विचार लैंदे हां। रारा रंगो या मन अपना। हुण महाराज समझाउंदे ने कि मन नूं रंगना है नाम दे रंग दे विच। जिन्हां ने इस मन नूं अपने नाम दे रंग दे विच अपने मन नूं रंग लिया है, जिन्हां नूं आपां साधु कह दिता, जिहड़े गूढ़े रंग दे विच रंगे गए ने, ਉਹ फिर हरि दा नाम मुखों ज्ञान देंदे ने। हर हर नाम जपो जप रसना। वो जपते ने रसना द्वारा जिन्हां नूं गूढ़ा रंग चढ़ गया, जिन्हां ने सारा कुछ छड्ड के, जिवें पिछले शब्द विच विचार के आए हैं, सिर्फ नाम दे विच प्रीत पाई है, नाम दे रंग दे विच रंगे ने। वो फिर दूजे जीवां नूं ये ज्ञान देंदे ने कि किवें आपां नाम दे विच अपने मन नूं रंगना है, जिन्होंने साधु जन कह दिता है। तो उन्हां दी संगत च भी वही जीव आउंदे ने जिन्हां ते प्रभु खुश हुंदा है, जिन्हां नूं दे बंधन कटने चाहुंदा है। रे रे दरगह कहे ना को, जदों आपां उन्हां दा संग करके चलदे हां, क्योंकि उन्हां नूं दरगाह दे विच कोई रोक टोक नहीं है। रे रे दरगह कहे ना को, आओ बैठ आदर सब दिओ। जदों उन्हां दा संग करके आपां जावांगे ते उत्थे सानू भी सारिआं नूं आदर मिलेगा, मान मिलेगा दरगाह दे विच। वह महली भावै तू वासा, वो महल दे विच वासा हो जाएगा, जिस महल दे विच जाके सानू साडा जन्म मरण खत्म हो जाता है। जन्म मरण नह होए विनाशा, जिथे फिर साडा विनाश नहीं, साडा जन्म मरण नहीं, क्योंकि असी अविनाशी नूं मिलना है, अविनाश बन जाना है, जन्म मरण तो रहित हो जाना है। उस घर दे विच साडा वासा हो जाएगा। पर किन्हां दा हुंदा है? जिन्हां ते प्रभु खुश हुंदा, जिन्हां नूं फिर साधु जनां दा संग बख्शिश करदा है। फिर वो रसना द्वारा ये ज्ञान देंदे ने भी इदां आपां अपने मन नूं नाम दे विच रंगना है। मस्तक कर्म लिखियो तुर जाके, जिन्हों प्रभु तुरों ये लिख देंदा है, मस्तक ते एक खजाना लिख देंदा है। हर संपै नानक कर ताकै, भी उन्हां दे घर दे विच ये पूंजी है, नाम दी ये संपत्ति है, जिन्हां नूं मालक ने बख्शिश कीता है, जिन्हां नूं ये आप तुर तों इस कारज दे विच लाउंदा है, उन्हां नूं ये खजाना देंदा है नाम दा। ते जिन्हां ते खुश हुंदा ऐसे जनां दा फिर उन्हां नूं संग बख्शिश करदा है। ते वो रसना द्वारा समझाउंदे ने भी इदां आपां नाम दे विच मन नूं रंगना है, क्योंकि साधु जनां नूं इस संपत्ति मालिक वल्लों बख्शी हुई है, जिन्हां नूं कदे पुछदा भी नहीं है।
ਵੀ ਤੁਸੀਂ ਕਿੱਥੇ ਖਰਚਿਆ ਹੈ, ਕਿਉਂਕਿ ਖਜ਼ਾਨਾ ਬਖਸ਼ ਦਿੱਤਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਵੀ ਜਿਹਨੂੰ ਇਹ ਖਜ਼ਾਨਾ ਬਖਸ਼ ਦਿੰਦਾ ਹੈ, ਜਿਸ ਨੂੰ ਬਖਸ਼ੇ ਭੰਡਾਰ ਪੁੱਛ ਨਾ ਲੀਤੀਆਂ, ਕਹਿੰਦੇ ਮੁੜ ਕੇ ਪੁੱਛਦਾ ਨਹੀਂ ਹੈ। ਜਿਹਨੂੰ ਇਹ ਬਖਸ਼ ਦਿੰਦਾ ਹੈ ਸਿਫਤੀ ਦਾ ਭੰਡਾਰ। आओ अगला श्लोक है। लालच झूठ बेकार मोह व्यापत मूड़े अंध। भी कुछ लोग अंधे ने, परमेश्वर नूं नहीं जानते, इस करके वो कित्थे तक व्यापत ने, लालच दे विच फसे रहंदे ने, झूठ नाल जुड़े रहंदे ने, बेकारां दे विच मोह दे विच ही व्यापत रहंदे ने, व्यस्त रहंदे ने। उन्हां नूं प्रभु सामने नज़र नहीं आउंदा, उन्हां नूं नाम नज़र नहीं आउंदा, क्योंकि वो अंधे ने। उन्हां ज्ञान नहीं लिया कि नाम नूं किवें देखना है, नाम नूं किवें बुझना है, परमेश्वर नूं किवें देखना है। इस करके वो अंधे ने। इस करके कित्थे तक सीमित ने, लालच दे विच, झूठ दे विच, बेकार मोह दे विच ही व्यापत रहंदे ने। लाग परे दुर्गंध स्यों, ये सारा कुछ लालच झूठ बेकार मोह जो है ये दुर्गंध है। इदा मन दुर्गंध दे नाल जुड़िया है, जिवें मक्खी दुर्गंध ते बहंदी है, साडे मन नूं भी फिर वो मक्खी क्या है जिहड़ी गंदगी ते बहंदी, दुर्गंध ते बैठती है। नानक माया बंद, ते वो फिर माया उन्हां नूं अपने बंधन दे विच बंध लैंदी है। जिवें मक्खी बैठ जाके गुड़ ते बैठ जावे ते उठ नहीं सकती, मिठा देख के बैठ तो जाती है, चिपकिया गुड़ हुंदा है, गुड़ ते बैठ के उठनी। इदा माया मन साडा इस माया दे विच फस जाता है, छुट नहीं सकता, बंधन पै जाते ने माया दे, क्योंकि असी इत्थे तक ही व्यापत हाँ, इत्थे तक ही मस्त रहंदे हाँ, इत्थे तक साडी दौड़ है। माया इकट्ठी कर ली। आओ पौड़ी समझाते ने अगे, इस शब्द नूं पौड़ी दे विच होर खोल के समझाते ने। लल्ला लपट बिख है रस राते, ये लल्ले अखर तो है कि लपट रहे ने कादे विच, बिख, बिख रस, त्रै गुण जिहड़ा रस है त्रै गुणां दा, उसनूं बिख रस गया है। अहम बुद्ध माया मद माते, हंकार दे विच माया दे विच मस्त रहंदे ने। ये जिहड़ी आपां बाणी विचार रहे हाले, वो बाणी है जिथे प्रभु किसी जीव नूं जलाउंदा है, जिसनूं ये सारी सोझी देंदा है पहला भी किवें ये संसार दे विच संसार रचिया है, किवें जिन्हां ते खुश हुंदा उन्हां नूं इस दे विचों बंधन तोड़ के अपना बना लैंदा, कढ लैंदा है। उस तो बाद फिर आपां जिहड़ी बाणी चलेगी अपनी तरतीबवार, वो फिर कक्के अखर तो लगातार शुरू होएगी, कक्का कक्खा गग्गा। लेकिन इत्थे जिहड़ी है, इत्थे वो अवस्था तक पहुँचण दे वास्ते सानू पहला इत्थे समझाया जा रहा है किवें आपां नूं ये सारी सोझी हुंदी है, ज्ञान हुंदा है। हुण लल्ले अखर ते है ये लल्ला लपट बिखै रस राते, अहं बुद्ध माया मद माते। माया दे नशे च मस्त रहंदे ने, हंकार दे फसे रहंदे ने, ते इत्थे त्रै गुणां दे विच ही रते रहंदे ने। या माया में जन्म मरना, ये त्रै गुण माया जिहड़ी है दुर्गंध दे विच, इत्थे असी जन्म मरण दे विच पै रहांगे, मुक्त नहीं हो सकते। जियो जियो हुक्म तिवै त्यों करना, इत्थे तां जिवें हुक्म दे विच आवांगे जावांगे करदे रहांगे कार, लेकिन जन्म मरण दे विच ही फसे रहांगे, क्योंकि असी माया तक ही रते हुए हाँ, इत्थे त्रै गुणा तक ही सीमित हाँ। को ऊन न को पूरा, बेशक इस त्रै गुणा दे विच कोई कहंदा मैं बहुत सियाणा हाँ, मैं कोई कहंदा इस नूं कोई पता नहीं, कोई अपने आप नूं कहंदा बई मैं पूरा हाँ, कोई कहंदा नहीं, ये तो कुछ भी नहीं है। पर महाराज समझाउंदे ने क्योंकि कोई ज्ञानी है कोई अज्ञानी है,
त्रै गुणा तक सीमित ने जिहड़े लोग, मतलब कहते इत्थे आपां एक बराबर ही हाँ। इत्थे ना कोई ऊना ना कोई पूरा है, इत्थे कोई बहुता फर्क नहीं है, क्योंकि पूरा चौथे पद विच जाके हुंदा है। त्रै गुणा दे विच तां असीं घाटे दे विच ही हाँ। नानक गुर बिन घाटे काट। इस करके कोई कहे भी मैं बड़ा हाँ, मैं ज़्यादा हाँ, मैं घट, ऐसा कुछ नहीं है। सारे बराबर ही ने। त्रै गुणा तक जिहड़े सीमित ने, जिहड़े इस करते ने, लालच दे विच फसदे ने, जीव मोह दे विच फसदे ने, त्रै गुण बिख दे विच फसे रहंदे ने, माया दे बंधनां दे विच फसे ने। जित जित लाभ को सुगड़ ना को मूरा। ना कोई सियाणा ना कोई मूर्ख है इत्थे, क्योंकि इत्थे सारियां नूं मूर्ख ही कह देंदी गुरबाणी। फर्क नहीं है कोई, सारे बराबर ही ने। बेशक बहुत सारे लोग कहते मैं सियाणा हाँ, दूजा मूर्ख है, लेकिन त्रै गुणा तक, क्योंकि असली सियाणप किहड़ी, असली ज्ञानी किहड़ा है, जदों सानू प्रभु दा मिलाप हो जाता है, जब सानू वो आग्या दृढ़ हो जाती प्रभु की, जिथे आपां विचारिया है पहला। जित जित लाभो तित तित लगना। ये त्रै गुण माया दे विच जिवें जिवें प्रभु किसे नूं लाउंदा उवें लग जांदे ने, उवें चलदे ने। कोई पुण्य करदा, कोई पाप करदा, कोई लोभ दे विच फसदा, कोई मोह दे विच फसदा है, क्योंकि उस प्रभु नूं जानन दी इच्छा नहीं है। नानक ठाकुर सदा अलिपना। लेकिन परमेश्वर ये त्रै गुणा तो सदा अलिप्त है, निर्लेप है। इस करके प्रभु दे ज्ञान तो बिना जीव बराबर ही है, चाहे कोई पुण्य है कोई पापी है, कोई बहुता फर्क नहीं है। त्रै गुणा दे विच फसया है, कोई स्वर्ग नूं चले जाएगा, कोई नरक नूं चले जाएगा, नरक तो कोई स्वर्ग नूं चले जाएगा, कोई स्वर्ग तो नरक नूं आ जाएगा, फिर जन्म मरण दे विच ही फसया रहेगा। इस करके बहुता कोई ज़्यादा फर्क नहीं है, क्योंकि परमेश्वर त्रै गुणा तो अलिप्त है, निर्लेप है। आओ अगला श्लोक है, ये फिर लल्ले शब्द है, जिमें पहला भी लल्ले शब्द विचार्या है, फिर लल्ले शब्द है। लाल गोपाल गोबिंद प्रभ गहर गंभीर अथा। परमेश्वर जो लालां दी न्याय है, लाल है, बिल्कुल ऐसा रंग है जैसा लालां दा हुंदा है। संसार नूं पालनहार है। गोबिंद है, जिस सानू अपना आप जना देंदा है, सानू अपनी सोजी दे देंदा है। गहर वो प्रभु बेअंत है, गंभीर है, अथाह है, जिसका कोई अंत नहीं है, कोई पारावार नहीं है। दूसर नाही अब रखो, नानक बेपरवाह। दूजा ऐसा कोई भी नहीं है, प्रभु बेपरवाह भी है। इन्ने सारे गुण किसी दूजे दे विच नहीं हैं, सिर्फ एक परमेश्वर दे विच ही ऐसे गुण ने। उस तो बिना दूजा कोई ऐसा नहीं है जिहड़ा इन्ना बेपरवाह होवे, जिहड़ा हीरियां दे वर्गा होवे, जिहड़ा संसार नूं पालनहार होवे, जिहड़ा सानू खुश होके सारी सोजी भी दे देंदा होवे, पालनहार भी होवे। ये वो परमेश्वर ही है। आओ पौड़ी दे विच इसनूं होर थोड़ा समझ लैंदे हाँ। लल्ला ताकै लवै न को, दूजा उसके नेड़े नहीं है। एक है आप अवर ना हो, आप ही कैसा है, दूजा नहीं है। ਉਹਦੇ नेड़े जद तक वो चाहुंदा नहीं, आपां उसके नेड़े नहीं पहुँच सकते। वो चौथे पद विच है, असीं त्रै गुण हाँ, त्रै गुणा तो चौथे पद विच जद तक वो नहीं चाहुंदा आपां नहीं पहुँच सकते। पर वो बेपरवाह है। जदों असीं मिन्नतां करदे तरले करदे हाँ उस प्रभु ते, फिर जाके सानू अपने बनाउंदा है। होवनहार होत सदा आया, वो तो सदा तो ही है। वो होवनहार है, ये नहीं कदे ऐसा समय नहीं कि वो नहीं है, सदा है। उआ का अंत ना काहू पाया, उसका किसी ने अंत नहीं पा सकिया, उसनू जान भी नहीं सकिया। अंत तो पाना बहुत दूर की गल है।
जिन्हां ते खुश होया उन्हां नूं आप प्रभु ने जनाया। जे आपां पढ़ांगे ते भी आप प्रभु ने ही साडे ते दया कीती है, तां ही सानू आप भजनाया है। जिवें आपां पढ़दे हां रोज़ ही बाणी दे विच, तरस पया मेहरामत होई, सतगुर सज्जण मिलिया। तेरा कीता जातो नाही, मैनू जोग कीतोई। भी तू मैनू अपने जोगा बना लिया है। तेरा कीता कोई नहीं जान सकता, पर हाँ तू मेरे ते कृपा कीती, तू मैनू अपने जोगा बना लिया, अपने जोग आप कीता है। मैं निर्गुण आरे को गुण नाही, मैं तो निर्गुण आ रहा सी, मेरे को गुण नहीं सी। आपे तरस प्योई, तेनू आप ही तरस आ गया तो सानू अपने जोगा बना लिया। असी सानू तो ज्ञान ही नहीं सी। तरस पया मेहरामत होई, फिर तरस पया तेनू मेहरामत होई, सतगुर सज्जण मिलिया। फिर सतगुर ओ सज्जण दा मिलाप होया, सच्चे गुर दा मिलाप होया। नानक नाम मिले तां जीवा, तन मन थीवै हरिया। फिर हुण ऐसी अवस्था हो गई कि हुण जीवन ही तां है जे तेनू जपदे हां। नाम द्वारा ही जीवन है। नानक नाम मिले तां जीवन, तां ही जीवन है। तन मन थीवै हरिया, तन भी मन भी हुण साडा हरिया भरिया है। हुण कोई दुख नहीं, कोई गमी नहीं है। पर होया किवें? उस प्रभु दी दया दे नाल। कीट हस्त महपूर समाने, कीड़ी तो लैके हाथी च पूरा बस रहा। कीड़ी तो है तो होर जीवां दे विच भी सारे सूखम ते सूखम दे विच, कोई ऐसी चारे खाणियां दे विच है, लेकिन कीड़ी तो हाथी तक जिहड़ा आपां देख सकते अखां दे नाल। क्योंकि कीड़ी तो हाथी तक नूं गुरबाणी दे विच अस्थूल दा नाम दिता है। चीटी ते कूंचर अस्थूला, सब पर कृपा दृष्ट कर फूला। सूखमां दे विच है, लेकिन सूखम सानू इन्हां अखां नाल नहीं दिसदे। उन्हां नूं दिसन देखण दे वास्ते जंतरां दी लोड़ पैंदी है। लेकिन कीड़ी तो लैके हाथी तक अस्थूल है, जिन्हां दे विच आपां देख सकते, सारे च वसदा है पूरे तौर ते। प्रगट पुरख सब ठाऊ जाने, वो तो हर थां है। जिन्हां ने जान लिया, प्रगट हो गया जिन्हां नूं, वो फिर सारे थां उस नूं देखते ने, हर एक च वसदा है। जाको दीनो हर रस अपना, जिन्हां नूं हरि आप अपना रस बख्शिश कर देंदा है। नानक गुरमुख हर हर तिह जपना। फिर ओ जीव हरि नूं जपदा है, हरि दा ज्ञान देंदा है, हरि दे बारे सोझी देंदा, जिन्हां नूं आप अपना रस बख्शिश करदा है। वो फिर उस नूं परमेश्वर नूं कीड़ी तो लैके हाथी तक सारिਆਂ ਦੇ ਵਿੱਚ जान ਲੈਂਦਾ है। ज्ञान हो जाता है कि कित्थे वसदा। हर एक च असीं देख सकते हैं भी कित्थे बैठा प्रभु देख रहा है, किवें पाल रहा है। सारी सोझी हो जाती। पर किन्हां नूं? जिन्हां नूं आप प्रभु अपना ये रस बख्शिश करता है। फिर उस दूजिਆਂ नूं दसदे ने, ज्ञान देंदे ने भी आओ आपां उस नूं जान सकते हाँ, उस दे नेड़े किवें जा सकते हाँ, किहड़ा तरीका है, किहड़ी विधि है कि आपां उस दे विच जाके समा सकते। जिहड़ा लाल है, गोबिंद है, गोपाल है। लाल गोपाल गोबिंद प्रभ गहर गंभीर अथा। सो आओ हुण आपां नाल नाल अभ्यास करिए कि किवें आपां उहदे विच समा सकते हाँ। जिस तो विछड़िया युग हो गए, किवें आपां उस दे विच एक रूप हो सकते, किवें अपने मन नूं उस दे रंग दे विच रंग सकते हाँ। आओ नाल नाल आपां अभ्यास करिए, एक दृष्ट होके त्याइए उस नूं, अपने मन नूं नाम दे विच रंगीए। मन कित्थे है? नेत्रां दे विच है, ध्यान है। नेत्र दो ने, इस करके पहला असीं एक दृष्ट होना हुंदा है। बहुत सारे जीव ऐसे ने जिहड़े एक दृष्ट हुंदे ने, पर उन्हां नूं इह ज्ञान ही नहीं कि असीं एक दृष्ट हाँ कि दो दृष्ट हाँ।
ਤੇ ਜਿਹੜੇ ਦੋ ਦ੍ਰਿਸ਼ਟ ਨੇ ਉਹਨਾਂ ਨੂੰ ਵੀ ਪ੍ਰਭੂ ਇੱਕ ਦ੍ਰਿਸ਼ਟ ਕਰ ਦਿੰਦਾ ਹੈ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ। ਉੱਥੇ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਕਰ ਦਿੰਦਾ ਹੈ। ਪੁੰਨੀ ਤੇ ਪਾਪੀ ਨੂੰ ਪ੍ਰਭੂ ਇੱਕ ਬਰਾਬਰ ਕਰ ਦਿੰਦਾ ਹੈ ਜਦੋਂ ਆਪਾਂ ਉਸ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ। ਆਓ ਆਪਾਂ ਕਿਵੇਂ ਸਮਝਣਾ ਹੈ, ਕਿਵੇਂ ਸਾਨੂੰ ਪਤਾ ਲੱਗੇ ਕਿ ਅਸੀਂ ਦੋ ਦ੍ਰਿਸ਼ਟ ਹਾਂ ਕਿ ਇੱਕ ਦ੍ਰਿਸ਼ਟ ਹਾਂ। ਆਪਣਾ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਆਪਾਂ ਫੋਕਸ ਕਰਕੇ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਨਾ ਹੈ, ਇੱਥੇ ਦੇਖਣਾ ਹੈ। ਦੋਨਾਂ ਨੂੰ ਇੱਕ ਕਰਕੇ ਇਸ ਪੁਆਇੰਟ ਤੇ ਦੇਖਣਾ ਹੈ। ਇੱਥੇ ਦੇਖਣ ਦੇ ਨਾਲ ਆਪਾਂ ਇਹ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇਕਰ ਨੱਕ ਨਹੀਂ ਦਿਸਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ, ਜਿੱਥੇ ਸਾਡਾ ਮਨ ਇੱਕ ਦੇਵਤਾ ਹੈ। ਜੇ ਨੱਕ ਦਿਸਦਾ ਹੈ ਫਿਰ ਅਸੀਂ ਦੋ ਦ੍ਰਿਸ਼ਟ ਹਾਂ। ਫਿਰ ਦੋ ਦ੍ਰਿਸ਼ਟੀ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਦਿਸਦਾ ਹੈ। ਸੱਜੇ ਤੋਂ ਦਿਸਦਾ ਹੈ, ਖੱਬੇ ਤੋਂ ਦਿਸਦਾ ਜਾਂ ਵਿਚਾਲੇ ਦਿਸਦਾ ਹੈ। ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਹੈ ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਥੋੜਾ ਪਰਖਣਾ ਆਪਾਂ ਪਹਿਲਾਂ। ਜੇ ਕੋਈ ਨਵਾਂ ਜੀਵ ਹੈ ਉਸਨੇ ਸਮਝਣਾ ਹੈ ਇਸ ਚੀਜ਼ ਨੂੰ, ਮੇਰੇ ਵੱਲ ਦੇਖਣਾ ਹੈ, ਇਸ ਪੁਆਇੰਟ ਤੇ ਸਮ ਕਰਕੇ ਆਪਣੇ ਆਪ ਨੂੰ ਪਰਖਣਾ ਹੈ ਕਿ ਸਾਡਾ ਧਿਆਨ, ਦ੍ਰਿਸ਼ਟੀ ਸਾਡੀ ਕਿਹੋ ਜਿਹੀ ਹੈ। ਇੱਕ ਦ੍ਰਿਸ਼ਟ ਹਾਂ, ਦੋ ਦ੍ਰਿਸ਼ਟ ਹਾਂ। ਜੇ ਦੋ ਦ੍ਰਿਸ਼ਟ ਹਾਂ ਤਾਂ ਸਾਡਾ ਧਿਆਨ ਸੱਜੇ ਪਾਸੇ। ਜੇ ਨੱਕ ਸੱਜੇ ਪਾਸਿਓਂ ਦਿਸਦਾ ਸਾਡਾ ਧਿਆਨ ਸਾਰਾ ਸੱਜੇ ਪਾਸੇ। ਜੇ ਖੱਬੇ ਪਾਸਿਓਂ ਦਿਸਦਾ ਫਿਰ ਸਾਡਾ ਧਿਆਨ ਸਾਰਾ ਖੱਬੇ ਹੈ। ਜੇ ਦੁਵੱਲਿਓਂ ਦਿਸਦਾ ਹੈ ਵਿਚਾਲੇ, ਫਿਰ ਆਪਾਂ ਵਿਚਾਲੇ ਧਿਆਨ ਹੈ। ਵਿਚਾਲੇ ਸਤੋ ਗੁਣ, ਇੱਧਰ ਤਮੋ ਗੁਣ, ਇੱਧਰ ਰਜੋ ਗੁਣ। ਇਹਨਾਂ ਪਰਖਣ ਤੋਂ ਬਾਅਦ ਆਪਣੇ ਆਪ ਨੂੰ ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਪਹਿਲਾਂ ਇਸ ਪੁਆਇੰਟ ਤੇ ਪਰਖਾਂਗੇ, ਇੱਥੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਸਾਹਮਣੇ ਦੇਖਣਾ ਆਪਾਂ। ਇਸ ਤੋਂ ਬਾਅਦ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਪਲਕਾਂ ਉੱਤੇ ਚੁੱਕ ਦੇ। ਫਿਰ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਕੇ ਫਿਰ ਦੇਖਣਾ ਆਪਣੇ ਆਪ ਨੂੰ। ਜੇ ਕਿਸ ਨਵਾਂ ਜੀਵ ਜੇ ਨੱਕ ਦਿਸਦਾ ਹੈ, ਚਾਹੇ ਸੱਜੇ ਚਾਹੇ ਖੱਬੇ ਚਾਹੇ ਵਿਚਾਲੇ, ਫਿਰ ਵਾਪਸ ਜਦੋਂ ਆਪਾਂ ਧਿਆਨ ਲਾ ਕੇ ਆ ਕੇ ਫਿਰ ਦੇਖਾਂਗੇ। ਫਿਰ ਚੈੱਕ ਕਰਨਾ ਹੈ ਕਿ ਦਿਸਣੋਂ ਹਟ ਗਿਆ। ਜੇ ਇਸ ਪਾਸੇ ਇੱਕ ਪਰਛਾਈ ਟਾਈਪ, ਨੱਕ ਨਹੀਂ ਪਰਛਾਈ ਟਾਈਪ ਧੁੰਦਲਾ ਧੁੰਦਲਾ ਪਰਛਾਵਾਂ ਜਿਹਾ ਦਿਸਦਾ, ਉਹ ਵੀ ਠੀਕ ਹੈ, ਕਿਉਂਕਿ ਇਸੇ ਪਾਸੇ ਜਦੋਂ ਫਿਰ ਆਪਾਂ ਧਿਆਵਾਂਗੇ ਪ੍ਰਕਾਸ਼ ਹੋਣਾ ਹੈ। ਪਰ ਖੱਬੇ ਪਾਸੇ ਜੇ ਪਰਛਾਵਾਂ ਜਿਹਾ ਇੱਕ ਸਾਨੂੰ ਪਰਛਾਈ ਜੀ ਦਿਸੇਗੀ ਤਾਂ ਵੀ ਆਪਾਂ ਠੀਕ ਹਾਂ, ਲੇਕਿਨ ਨੱਕ ਨਹੀਂ ਦਿਸਣਾ ਚਾਹੀਦਾ, ਕਿਉਂਕਿ ਸਾਡਾ ਇਹ ਨੇਤਰ ਇਸ ਪਾਸੇ ਆਉਣਾ ਹੈ। ਆਓ ਪਹਿਲਾਂ ਦ੍ਰਿਸ਼ਟੀ ਨੂੰ ਇੱਥੇ ਸਮ ਕਰਕੇ ਦੇਖੀਏ, ਆਪਣੇ ਦੋਨਾਂ ਨੇਤਰਾਂ ਨੂੰ। ਇਸ ਪੁਆਇੰਟ ਤੇ ਆਪਣੇ ਆਪ ਨੂੰ ਥੋੜਾ ਪਰਖੋ। सामने लेके आओ। मस्तक दे सामने लै जो, पलकां उत्ते चुक दो। फिर सामने वापस, फिर सामने लेके आओ।
अब फिर सम करके देखो नक ते, दृष्टि नूं फोकस करके फिर देखो अपने आप नूं। जिहड़े जीव पहलां ते आउंदे ने वो अपने प्रकाश रूप नूं देखो। देखो भी साडा मन निर्मल हो गया पूरा। ते दूजे जिहड़े कोई पहलां दो दृष्टि विच सी जिन्हां नूं नक दिसदा सी, वो देखो कि सानू नक दिसनों हट गया, जां हल्का हल्का एक परछाई टाइप खब्बे पासे भी दिख सकता है, धुंधला जा। नीचे लै जाओ ध्यान। आप जिथे भी बैठे हो, तुसी थले फर्श ते हो जां बैड दे उत्ते हो, जो थले विछया है, चादर है, फर्श है, उस तो थोड़ा जा उपर आपां देखण दी कोशिश करनी है। देख आपां सारे रहे हुंदे, लेकिन सानू पता नहीं हुंदा। आपां जदों फर्श दे उत्ते देखांगे, चादर तो उत्ते देखांगे थोड़ा, ते इत्थे सानू प्रकाश दी हलचल अनुभव होनी शुरू हो जाएगी। जिवें सरोवर दे विच जल दीयां लहरां हुंदियां ने, इदां इत्थे प्रकाश दीयां सानू लहरां तरंगां अनुभव होणियां शुरू हो जांदियां ने। विश्वास दे नाल आपां त्याउणा है। फिर सम करके देखिए अपने आप नूं, दृष्टि नूं फिर फोकस करके अपने आप नूं देखिए। फिर नीचे लै जाओ ध्यान।
और फिर सम करके देखिए अपने आप ਨੂੰ। फिर नीचे ले जाओ ध्यान। फिर सम करके देखिए अपने आप ਨੂੰ। फिर नीचे ले जाओ ध्यान।
फिर सम करके देखिए अपने आप नूं। वाहिगुरु जी का खालसा, वाहिगुरु जी की फतेह। सो गुरमुख प्यारिओ, ये नाल नाल आपां अभ्यास करना है ते आउणा है, ते नाल नाल आपां गुरबाणी नूं विचारना है, ताकि सानू ये पता चल जावे कि जो असी कर रहे हाँ सानू यही कुछ करन नूं कह रही गुरबाणी, कि कुछ होर करन नूं कह रही है। क्योंकि जे आपां ध्यावांगे नाल नाल फिर ही सानू बाणी समझ लगदी है। जे आपां ध्याउंदे नहीं, सिर्फ कथा कहानियां करन तक सुन तक हाँ, फिर साडा भरम नहीं खत्म हुंदा। क्योंकि जद तक भरम है आपां मुक्त नहीं हाँ। मुक्ति उदों मिलती है जदों साडे भरम खत्म हो जाए। जब लग टूटे ना ही मन भरमा, तब लग मुक्त ना होई। इस करके आपां भरम नहीं रखना मन दे विच। जे कुछ नहीं पता लगता आपां समझ सकते हाँ, पुछ सकते हाँ, शंका नहीं करना, भरम नहीं करना है। सो आओ इन्नी क विचार करते हैं। बहुत सारिया भुल्लां हो जांदियां हन। आप संगत सतगुरु जी बख्शण योग हो, बख्श लैना जी। वाहिगुरु जी का खालसा, वाहिगुरु जी की फतेह।